Hello dear students, welcome in today's video lesson. ਅੱਜ ਦਾ ਵੀਡੀਓ ਲੈਸਨ ਹੈ ਕਲਾਸ 6 ਲਈ ਤੇ ਆਪਾਂ ਕਰਨ ਜਾ ਰਹੇ ਹਾਂ ਸੋਲਵ ਤੁਹਾਡਾ ਇੰਗਲਿਸ਼ ਦਾ ਪੇਪਰ ਜਿਹੜਾ ਕਿ ਸੈਪਟੈਂਬਰ ਟੈਸਟ ਲਈ ਸਿੰਪਲ ਪੇਪਰ ਆਇਆ ਡਿਪਾਰਟਮੈਂਟ ਵੱਲੋਂ ਬੇਟਾ ਉਹ ਸੋਲਵ ਕਰਾਂਗੇ। ਤੁਹਾਨੂੰ ਬਹੁਤ ਦਿਨਾਂ ਦਾ ਸੈਂਡ ਕੀਤਾ ਹੋ ਤੁਹਾਡੇ ਟੀਚਰਾਂ ਨੇ, ਮੈਂ ਵੀ ਸੈਂਡ ਕੀਤਾ ਸੀ ਬੱਚਿਆਂ ਨੂੰ। ਆਈ ਹੋਪ ਕਿ ਤੁਸੀਂ ਨੋਟ ਡਾਊਨ ਵੀ ਕੀਤਾ ਹੋ। ਹੁਣ ਤੁਸੀਂ ਉਹਦੇ ਆਨਸਰਸ ਇੱਥੇ ਚੈੱਕ ਆਊਟ ਕਰ ਲੈਣੇ ਆ। ਕਲਾਸ ਚੈੱਕ ਕਰਵਾਏ ਸੀ ਤਾਂ ਬੱਚਿਆਂ ਨੇ ਬਹੁਤ ਸਾਰੇ ਆਨਸਰਸ ਰੋਂਗ ਟਿਕ ਕੀਤੇ ਹੋਏ ਸੀ, ਇਸ ਲਈ ਇਹ ਵੀਡੀਓ ਬਣਾ ਰਹੀ ਹਾਂ ਤਾਂ ਕਿ ਤੁਹਾਨੂੰ ਸਹੀ ਆਨਸਰਸ ਪਤਾ ਲੱਗ ਜਾਣ ਅਤੇ ਨਾਲ ਹੀ ਤੁਹਾਨੂੰ ਪੇਪਰ ਪੈਟਰਨ ਪਤਾ ਲੱਗ ਜਾਵੇ। ਇੱਦਾਂ ਦਾ ਪੇਪਰ ਤੁਹਾਨੂੰ ਆਉਣਾ ਬੇਟਾ ਹੈ ਨਾ। ਸੋ ਕਰਦੇ ਹਾਂ ਸ਼ੁਰੂ। ਅਗਰ ਨੋਟ ਡਾਊਨ ਕੀਤਾ ਹੋਇਆ ਤਾਂ ਤੁਸੀਂ ਉੱਥੇ ਨਿਸ਼ਾਨੀਆਂ ਲਗਾ ਲਓ ਸਹੀ ਦੀਆਂ, ਜਿਹੜਾ ਤੁਹਾਡਾ ਸਹੀ ਹੈ ਠੀਕ, ਜਿਹੜਾ ਗਲਤ ਆ ਉਹਨੂੰ ਸਹੀ ਕਰ ਲਓ ਹੈ ਨਾ। ਅਗਰ ਨਹੀਂ ਨੋਟ ਡਾਊਨ ਕੀਤਾ ਤਦ ਵੀ ਧਿਆਨ ਨਾਲ ਵੀਡੀਓ ਨੂੰ ਦੇਖ ਲਓ, ਠੀਕ ਹੈ। ਸੋ ਕਰਦੇ ਹਾਂ ਸ਼ੁਰੂ। ਜਿੱਦਾਂ ਕਿ ਤੁਹਾਨੂੰ ਪਤਾ ਜਿਹੜਾ ਤੁਹਾਡਾ ਫਸਟ ਕੁਐਸਚਨ ਆ ਉਹਦੇ ਵਿੱਚ 3 ਤਰ੍ਹਾਂ ਦੇ ਰੀਡਿੰਗ ਪੈਸੇਜ ਆਉਂਦੇ ਆ। ਸੋ ਫਸਟ ਵਨ ਦੇਖੋ ਅਨਸੀਨ ਪੈਸੇਜ ਆਉਂਦਾ ਹੁੰਦਾ, ਇਹ ਵੀ ਸਾਡੇ ਕੋਲ ਇੱਕ ਅਨਸੀਨ ਪੈਸੇਜ ਆ ਹੈ ਨਾ। ਇਹਦੇ ਨਾਲ ਰਿਲੇਟਡ ਸਾਨੂੰ 5 ਕੁਐਸਚਨ ਆਉਣਗੇ। 5 ਨੰਬਰ ਦਾ ਇਹ ਲਿਖਿਆ ਹੋਇਆ ਤਾਂ ਉੱਪਰ 5 × 1 = 5 ਮਾਰਕਸ, ਠੀਕ ਹੈ। ਸੋ ਹੁਣ ਦੇਖੋ ਪੜ੍ਹਨਾ ਸ਼ੁਰੂ ਕਰਦੇ ਹਾਂ ਆਪਾਂ। ਪੈਸੇਜ In one of the summer breaks, we started pitching tents in the highest camp. Everything took 5 times as long as it would have taken in a place where there was enough air to breathe. But at last we got the tent up, and when we crawled in, it was not too bad. There was only a light wind, and inside it was too cold for us to take off our gloves. At night, most climbers took off their boots, but I preferred to keep them on. Hilary, on the other hand, took his boots off and laid them next to his sleeping bag. ਸੋ ਇਹ ਹੋ ਗਿਆ ਤੁਹਾਡਾ ਪੈਸੇਜ। ਹੁਣ ਦੇਖੋ ਕੁਐਸਚਨਸ ਕੀ ਨੇ ਨਾਲ ਹੁੰਦੇ, ਆਪਾਂ ਨੂੰ ਸਮਝ ਹੀ ਵੀ ਜਾਵਾਂਗੇ। ਦਾ ਨਰੇਟਰ ਆਫ ਦਾ ਸਟੋਰੀ ਇਜ਼, ਕਹਾਣੀ ਜਿਹੜਾ ਇਹ ਦੱਸ ਰਿਹਾ ਨਰੇਟਰ ਉਹ ਕੌਣ ਆ। ਐਨ ਐਰੋਪਲੇਨ ਪਾਇਲਟ ਆ, ਉਹ ਆ ਮੌਂਟੇਰੀਅਨ ਆ ਟਰੈਵਲਰ ਆ ਟੂਰਿਸਟ ਆ। ਬਹੁਤੇ ਬੱਚਿਆਂ ਨੇ ਜਦੋਂ ਮੈਂ ਕਲਾਸ 'ਚ ਕਰਾਇਆ ਤਾਂ ਉਹ ਟੂਰਿਸਟ ਲਗਾ ਰਹੇ ਸੀਗੇ, ਜਾਂ ਫਿਰ ਸੈਕੰਡ ਚਾਂਸ ਦਿੱਤਾ ਤਾਂ ਉਹਨਾਂ ਨੇ ਟਰੈਵਲਰ ਕਿਹਾ, ਜਦ ਕਿ ਬੇਟਾ ਇਹਦਾ ਸਹੀ ਆਨਸਰ ਮਾਊਂਟੇਰੀਅਨ ਆ। ਕਿਉਂਕਿ ਮਾਊਂਟੇਨ 'ਤੇ ਚੜ੍ਹਨ ਦੀਆਂ ਗੱਲਾਂ ਕਰ ਰਹੇ ਨੇ, ਟੈਂਟ ਉਹਨਾਂ ਨੇ ਉੱਥੇ ਗੱਡਿਆ। ਸੋ ਕਲੀਅਰ ਹੋ ਗਿਆ, ਬੀ ਇਹਦਾ ਆਨਸਰ ਹੈ ਬੇਟਾ। ਨੈਕਸਟ ਹੈ ਨਾ, ਵਿਚ ਸੀਜ਼ਨ ਆਫ ਦਾ ਈਅਰ ਹੈਜ਼ ਬੀਨ ਮੈਨਸ਼ਨਡ ਇਨ ਦਾ ਪੈਸੇਜ। ਇਹਦੇ 'ਚ ਵੀ ਬੱਚਿਆਂ ਨੇ ਬਹੁਤ ਗਲਤੀ ਕੀਤੀ ਆ। ਬੱਚੇ ਕੋਲਡ ਕਹਿ ਰਹੇ ਸੀ। ਕਿਉਂ ਕੋਲਡ ਕਹਿ ਰਹੇ ਸੀ? ਇੱਥੇ ਗੱਲ ਹੋਈ ਆ ਇਟ ਇਜ਼ ਟੂ ਕੋਲਡ ਟੂ ਟੇਕ ਆਫ, ਇਹਦੇ ਕਰਕੇ ਉਹ ਕੋਲਡ ਕਹਿ ਰਹੇ ਨੇ। ਉਹਨਾਂ ਨੂੰ ਉੱਥੇ ਉੱਪਰ ਪਹਾੜਾਂ 'ਤੇ ਸਰਦੀ ਲੱਗਦੀ ਪਈ ਸੀ, ਮੌਸਮ ਤਾਂ ਗਰਮੀ ਦਾ ਸੀ। ਸੋ ਸਮਰ ਬ੍ਰੇਕ ਆ। ਸੋ ਸਮਰ ਬ੍ਰੇਕ ਦੀ ਗੱਲ ਹੋ ਰਹੀ ਹੈ। ਸੋ ਆਨਸਰ ਫਿਰ ਕੀ ਆ? ਕਿਹੜਾ ਸੀਜ਼ਨ ਸਮਰ ਕਿਹੜਾ ਹੁੰਦਾ? ਗਰਮੀ ਵਾਲਾ ਸੀਜ਼ਨ ਹੁੰਦਾ। ਸੋ ਆਪਾਂ ਉੱਥੇ ਹੌਟ ਲਗਾਵਾਂਗੇ, ਠੀਕ। ਜਾਂ ਫਿਰ ਨਨ ਆਫ ਦਾ ਦੀਜ਼ ਵੀ ਲਗਾ ਸਕਦੇ ਹਾਂ, ਕਿਉਂਕਿ ਇੱਥੇ ਸਮਰ ਲਿਖਿਆ ਹੀ ਨਹੀਂ ਹੋਇਆ ਕਿਤੇ, ਹੈ ਨਾ। ਸਮਰ 'ਚ ਗਰਮੀਆਂ ਹੁੰਦੀਆਂ ਨੇ, ਹੌਟ ਲਗਾ ਸਕਦੇ, ਜਾਂ ਫਿਰ ਨਨ ਆਫ ਦੀਜ਼ ਲਗਾਓ। ਓਕੇ। ਦੇ ਟੁੱਕ ਅ ਲੌਂਗ ਟਾਈਮ ਟੂ ਫਿਨਿਸ਼ ਦਾ ਵਰਕ ਬਿਕਾਊਜ਼, ਉਹਨਾਂ ਨੂੰ ਆਪਣਾ ਕੰਮ ਖਤਮ ਕਰਨ ਲਈ ਬਹੁਤ ਸਮਾਂ ਲੱਗਿਆ। ਕਿਉਂ ਲੱਗਿਆ? ਦੇਖੋ ਫਿਰ ਇਹਦੇ ਉਹ ਥੱਕ ਗਏ ਸੀ। ਇਟ ਵਾਜ਼ ਵੈਰੀ ਕੋਲਡ, ਇਟ ਵਾਜ਼ ਵੈਰੀ ਡਾਰਕ, ਦੇਅਰ ਵਾਜ਼ ਨਾਟ ਇਨਫ ਏਅਰ ਟੂ ਬਰੀਥ। ਹੁਣ ਆਪਾਂ ਦੇਖੋ ਪੈਰੇ 'ਚ ਚੱਲੋ, ਦੇਖੋ ਕਿੱਥੇ ਆ ਰਹੀ ਹੈ ਗੱਲ। ਇਹ ਕਹਿੰਦਾ ਸਾਨੂੰ 5 ਟਾਈਮਸ ਜ਼ਿਆਦਾ ਸੈਕਿੰਡ, ਉਹਦੇ ਰੋ ਦੇ ਵਿੱਚ ਗੱਲ ਕਰ ਰਹੇ, ਸਾਨੂੰ 5 ਟਾਈਮਸ ਜ਼ਿਆਦਾ ਟਾਈਮ ਲੱਗ ਰਿਹਾ ਸੀ, ਹੈ ਨਾ। ਕਿਉਂਕਿ ਦੇਅਰ ਵਾਜ਼ ਇਨਫ ਏਅਰ ਟੂ ਬਰੀਥ, ਗੱਲ ਕਰ ਰਿਹਾ ਐਟ ਲੀਸਟ ਵੀ ਗੋਟ ਟੈਂਟ ਅਪ। ਕੀ ਸੀਗਾ ਹੁਣ ਇੱਥੇ? ਉਹਦੀ ਕੋਲਡ ਦੀ ਗੱਲ, ਇਨਸਾਈਡ, ਕਿਉਂਕਿ ਉੱਥੇ ਕੋਲਡ ਬਹੁਤ ਸੀ, ਸਾਨੂੰ ਆਪਣੇ ਗਲਵਸ ਸੀ ਜਿਹੜੇ ਉਤਾਰਨੇ ਪੈ ਰਹੇ ਸੀ, ਹੈ ਨਾ। ਸੋ ਫਿਰ ਇਹਦਾ ਆਨਸਰ ਕੀ ਲਾਵਾਂਗੇ? ਇਟ ਵਾਜ਼ ਵੈਰੀ ਕੋਲਡ। ਪੈਨ ਲੈ ਲਈਏ, ਤਾਂ ਕਰਕੇ ਉਹਨਾਂ ਨੂੰ ਜ਼ਿਆਦਾ ਟਾਈਮ ਲੱਗ ਰਿਹਾ ਸੀ, ਹੈ ਨਾ। ਉੱਥੇ ਏਅਰ ਵਾਲੇ 'ਚ ਕਨਫਿਊਜ਼ ਨਹੀਂ ਹੋਣਾ, ਉੱਥੇ ਨੋਟ ਨਹੀਂ ਲਿਖਿਆ ਹੋਇਆ ਨਾ। ਅਗਰ ਨੋਟ ਲਿਖਿਆ ਹੁੰਦਾ ਤਾਂ ਫਿਰ ਅਸੀਂ ਸੀ ਟਿਕ ਕਰਨਾ ਸੀ। ਹਾਊ ਮੈਨੀ ਪਰਸਨਸ ਇੰਟਰਡ ਦਾ ਟੈਂਟ,
ਕਿੰਨੇ ਬੰਦੇ ਟੈਂਟ ਦੇ ਵਿੱਚ ਗਏ। ਉੱਥੇ ਉਹਨਾਂ ਨੇ ਆਥਰ ਆ ਜਿਹੜਾ ਆਪਦੀ ਗੱਲ ਕਰ ਰਿਹਾ ਅਤੇ ਇੱਕ ਹੈਲਰੀ ਦੀ ਗੱਲ ਕਰ ਰਿਹਾ। ਸੋ ਅਸੀਂ 2 'ਤੇ ਟਿਕ ਲਗਾਵਾਂਗੇ ਬੇਟਾ। ਵੀ ਆਨਸਰ ਆ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਟਰੂ। ਕਿਹੜੀ ਟਰੂ ਆ? ਸੋ ਧਿਆਨ ਨਾਲ ਦੇਖਣੀ ਹੈ। ਹੈਲਰੀ ਟੁੱਕ ਆਫ ਹਿਜ਼ ਗਲਵਸ। ਹੈਲਰੀ ਨੇ ਆਪਣੇ ਗਲਵਸ ਲਾਏ ਸੀ। ਨੋ, ਉਹਨੇ ਬੂਟ ਲਾਏ ਸੀ। ਆਥਰ ਟੁੱਕ ਆਫ ਹਿਜ਼ ਬੂਟਸ। ਆਥਰ ਨੇ ਆਪਦੇ ਬੂਟ ਲਾਏ ਸੀ। ਨਾ, ਉਹਨੇ ਲਾਏ ਹੀ ਨਹੀਂ। ਹੈਲਰੀ ਟੁੱਕ ਆਫ ਹਿਜ਼ ਬੂਟਸ। ਹਾਂ, ਸੋ ਫਿਰ ਇਹਦਾ ਆਨਸਰ ਆ ਬੀ। ਟਰੂ ਸਿਰਫ ਇਹਦੇ 'ਚੋਂ ਬੀ ਆ ਬੇਟਾ। ਸੋ ਇਹ ਹੋ ਗਿਆ ਤੁਹਾਡਾ ਫਸਟ ਪੈਸੇਜ। ਹੁਣ ਸੈਕਿੰਡ ਪੈਸੇਜ ਦੇਖੋ। ਇਹ ਜਿਹੜੇ ਮੈਂ ਸੋਲਵ ਕਰਕੇ ਪਾਏ ਨੇ ਉਹਨਾਂ ਦੇ ਵਿੱਚ ਅਸੀਂ ਕਰਿਆ ਹੋਇਆ ਗਾ ਰਾਈਸ ਕੜੀ ਵਾਲਾ, ਅਗਰ ਤੁਸੀਂ ਸੁਣਿਆ ਹੋਵੇ, ਹੈ ਨਾ। ਸੋ ਹੁਣ ਆਪਾਂ ਇਹਦੇ ਸਿੱਧੇ ਆਨਸਰਸ ਕਰਦੇ ਹਾਂ। ਬਟ ਇਜ਼ ਦੇਅਰ ਇਨ ਨੇਹਾਜ ਲੰਚ ਬਾਕਸ। ਲੰਚ ਬਾਕਸ ਨੇਹਾ ਦੇ ਵਿੱਚ ਕੀ ਸੀ? ਰਾਈਸ ਵਿਦ ਕਰੀ। ਵਾਟ ਡਜ਼ ਨੇਹਾ ਲਾਈਕ। ਨੇਹਾ ਕੀ ਚੀਜ਼ ਜ਼ਿਆਦਾ ਪਸੰਦ ਕਰਦੀ ਸੀ? ਰਾਈਸ। ਵਾਟ ਇਜ਼ ਗੁੱਡ ਫॉर ਹੈਲਥ ਅਕੋਰਡਿੰਗ ਟੂ ਵਿਪਨ। ਵਿਪਨ ਦੇ ਅਕੋਰਡਿੰਗ ਕਿਹੜੀ ਚੀਜ਼ ਹੈਲਥ ਵਾਲੀ ਆ, ਵਧੀਆ ਸਿਹਤ ਬਣਾਉਣ ਵਾਲੀ ਹੈ? ਕਰਡ। ਵਾਟ ਵੁੱਡ ਵਿਪਨ ਲਾਈਕ ਟੂ ਟੇਸਟ। ਉਹ ਕੀ ਟੇਸਟ ਕਰਨਾ ਚਾਹੁੰਦਾ ਸੀ? ਰਾਈਸ। ਅਕੋਰਡਿੰਗ ਟੂ ਦਾ ਵਿਪਨ ਇਜ਼ ਅ ਗੁੱਡ ਆਈਡੀਆ। ਵਿਪਨ ਦੇ ਅਕੋਰਡਿੰਗ ਕਿਹੜਾ ਆਈਡੀਆ ਗੁੱਡ ਆ? ਸ਼ੇਅਰਿੰਗ ਲੰਚ। ਬੀ ਆਨਸਰ ਇਹਦਾ। ਇਹ ਆਪਾਂ ਪਹਿਲਾਂ ਕਰ ਚੁੱਕੇ ਹਨ ਆਲਰੇਡੀ। ਚਲੋ ਹੁਣ ਆ ਗਿਆ ਜੀ ਥਰਡ, ਜਿਹੜਾ ਪਿਕਚਰ ਨਾਲ ਰਿਲੇਟਡ ਹੁੰਦਾ ਜਾਂ ਕੋਈ ਪੋਸਟਰ ਹੁੰਦਾ ਸਾਡੇ ਕੋਲ। ਸੋ ਇੱਥੇ ਸਾਡੇ ਕੋਲ ਪੋਸਟਰ ਆ। ਪੋਸਟਰ ਨੂੰ ਧਿਆਨ ਨਾਲ ਦੇਖਣਾ। ਪੋਲਿਊਸ਼ਨ ਬਾਰੇ ਉੱਪਰ ਲਿਖਿਆ ਹੋਇਆ ਪੋਲਿਊਸ਼ਨ ਆ ਥ੍ਰੈਟ ਟੂ ਮੈਨਕਾਇੰਡ, ਹੈ ਨਾ। ਇੱਕ ਪਾਸੇ ਉਹਦੇ ਕਾਜ਼ਸ ਦਿੱਤੇ ਹੋਏ ਨੇ। ਇਹ ਦਿੱਤਾ ਕਾਜ਼ ਮੀਨ ਕਾਰਨ ਕਿਹੜੇ ਕਿਹੜੇ ਨੇ, ਹੈ ਨਾ। ਇੱਧਰ ਉਹਦੇ ਇਫੈਕਟ ਦਿੱਤੇ ਹੋਏ ਨੇ ਕਿਹੜੇ ਨੇ। ਫਿਰ ਉਹਨਾਂ ਨੇ ਕੀ ਕਿਹਾ? ਸਟੋਪ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ? 4 ਚੀਜ਼ਾਂ ਸਟੋਪ ਕਰਨ ਲਈ ਦਿੱਤੀਆਂ ਹੋਈਆਂ ਨੇ, ਠੀਕ ਆ। ਇਸ਼ੂ ਕਿਹਨੇ ਕੀਤਾ ਉਹ ਲਿਖਿਆ ਹੋਇਆ। ਇਹਨੂੰ ਸਾਰੀਆਂ ਚੀਜ਼ਾਂ ਨੂੰ ਧਿਆਨ ਨਾਲ ਇੱਦਾਂ ਦੇਖ ਲਈਦਾ। ਚਲੋ ਹੁਣ ਆਪਾਂ ਇਹਦੇ ਕੁਐਸਚਨ ਦੇਖਦੇ ਹਾਂ। ਵਾਟ ਇਜ਼ ਪੋਲਿਊਸ਼ਨ ਟੂ ਮੈਨਕਾਇੰਡ। ਮੈਨਕਾਇੰਡ ਲਈ ਪੋਲਿਊਸ਼ਨ ਕੀ ਆ? ਪਹਿਲੀ ਹੋਈ ਵੱਡੀ ਲਾਈਨ ਦੇ ਵਿੱਚ ਲਿਖਿਆ ਹੋਇਆ ਥ੍ਰੈਟ ਆ। ਆਹ ਦੇਖੋ, ਰੁਕੋ ਥ੍ਰੈਟ ਆ। ਪੈਨ ਲੈ ਲਈਏ। ਆਹ ਸੀ ਥ੍ਰੈਟ। ਸੋ ਅਸੀਂ ਪਹਿਲੇ ਦਾ ਆਨਸਰ ਕੀ ਲਗਾਉਣਾ ਗਾ ਬੇਟਾ? ਅ ਥ੍ਰੈਟ। ਸੋ ਬੀ ਹੋ ਗਿਆ ਆਨਸਰ। ਓਕੇ, ਹੁਣ ਆ ਜਾਓ ਜੀ। ਵਾਟ ਆਰ ਦਾ ਮੇਜਰ ਕਾਜ਼ ਆਫ ਪੋਲਿਊਸ਼ਨ। ਪੋਲਿਊਸ਼ਨ ਦੇ ਮੇਜਰ ਕਾਜ਼ ਕੀ ਨੇ? ਹੁਣ ਦੇਖੋ, ਜੇ ਤੁਸੀਂ ਪਹਿਰੇ 'ਚ ਜਾਓਗੇ ਕਾਜ਼ ਦੇ ਇੱਧਰ ਦੇਖੋ, ਡਿਫੋਰੈਸਟੇਸ਼ਨ, ਸਮੋਕ ਆਫ ਵਹੀਕਲਸ, ਫੈਕਟਰੀਜ਼, ਹੈ ਨਾ, ਗਲੋਬਲ ਵਾਰਮਿੰਗ। ਉੱਧਰ ਉਹ ਵੀ ਇਫੈਕਟ ਦੇ ਵਿੱਚ ਆ ਜਾਂਦੇ ਨੇ, ਪਰ ਇਹਦੇ ਵਿੱਚ ਆ 3 ਚੀਜ਼ਾਂ ਨੇ। ਸੋ ਤਿੰਨੋਂ ਚੀਜ਼ਾਂ ਦੇਖੋ, ਡਿਫੋਰੈਸਟੇਸ਼ਨ, ਸਮੋਕਿੰਗ, ਵੇਸਟ ਆਫ ਹਾਰਮਫੁਲ ਮਟੀਰੀਅਲ ਆਫ ਫੈਕਟਰੀਜ਼। ਸੋ ਆਪਾਂ ਲਾਵਾਂਗੇ ਆਲ ਦਾ ਅਬਵ 'ਤੇ। ਹਾਊ ਕੈਨ ਪੋਲਿਊਸ਼ਨ ਬੀ ਸਟੋਪਡ। ਕਿਵੇਂ ਸਟੋਪ ਕੀਤੀ ਜਾ ਸਕਦੀ ਹੈ ਪੋਲਿਊਸ਼ਨ? ਬਾਈ ਪਲਾਂਟਿੰਗ ਟਰੀਜ਼ ਐਂਡ ਪਲਾਂਟਸ, ਬਾਈ ਰਿਡਿਊਸਿੰਗ ਸਮੋਕ ਐਂਡ ਵੇਸਟੇਜ, ਬਾਈ ਯੂਜ਼ਿੰਗ ਸੋਲਰ ਐਨਰਜੀ, ਆਲ ਦਾ ਅਬਵ। ਸੋ ਹੁਣ ਇਹਦੇ ਵਿੱਚ ਆਪਾਂ ਨੂੰ ਪਹਿਲਾਂ ਦੇਖਣਾ ਪੈਣਾ ਵੀ ਕਿਵੇਂ ਅਸੀਂ ਰੋਕ ਸਕਦੇ ਹਾਂ, ਹੈ ਨਾ, ਪੋਲਿਊਸ਼ਨ। ਸੋ ਆਹ ਚਾਰੋਂ ਸਟੋਪ ਲਈ ਲਿਖੇ ਤਾਂ ਹੋਏ ਨੇ। ਸਟੋਪ, ਥਿੰਕ ਐਂਡ ਐਕਟ ਦੇ ਅੰਡਰ, ਹੈ ਨਾ। ਸੋ ਅਗਲੇ ਆਪਾਂ ਕੁਐਸਚਨ ਦੇਖਦੇ ਹਾਂ ਧਿਆਨ ਨਾਲ ਕੀ ਆ। ਹੁਣ ਇਹਦੇ 'ਚੋਂ ਤੁਸੀਂ ਬਾਈ ਪਲਾਂਟਿੰਗ ਟਰੀਜ਼ ਐਂਡ ਪਲਾਂਟਸ ਲਗਾ ਸਕਦੇ ਹੋ, ਠੀਕ। ਪੋਲਿਊਸ਼ਨ ਰੋਕ ਸਕਦੇ ਹੋ, ਸਾਰੇ ਹੀ ਨੇ ਇਹ। ਸੋ ਇਹਦੇ 'ਤੇ ਡੀ ਆਨਸਰ ਆਊਗਾ ਬੇਟਾ ਇਹਦਾ। ਅੱਗੇ ਚੱਲੋ ਹੁਣ। ਵਾਟ ਸ਼ੁੱਡ ਬੀ ਆਵਰ ਇਮੀਡੀਏਟ ਐਕਸ਼ਨ। ਆਵਰ ਇਮੀਡੀਏਟ ਐਕਸ਼ਨ ਕੀ ਆ? ਉਹਦੇ 'ਚ ਵੀ ਇਹ ਸਾਰੋਂ ਹੀ ਪੁਆਇੰਟਸ ਆਉਂਦੇ ਨੇ। ਸੋ ਇਹਦਾ ਵੀ ਆਨਸਰ ਬੇਟਾ ਡੀ ਆ। ਦਿਸ ਪੋਸਟਰ ਇਜ਼ ਬੇਸਡ ਔਨ ਦਾ ਥੀਮ। ਕਾਹਦੀ ਥੀਮ 'ਤੇ ਆ ਪੋਸਟਰ? ਪੋਲਿਊਸ਼ਨ ਥੀਮ ਆ ਦੀ। ਸਾਰਿਆਂ ਨੂੰ ਉੱਪਰ ਹੀ ਲਿਖਿਆ ਹੋਇਆ। ਸੋ ਇਹਦਾ ਹੋ ਗਿਆ ਬੀ ਆਨਸਰ। ਹੁਣ ਚਲੋ ਸੈਕਿੰਡ ਕੁਐਸਚਨ। ਇਹ ਫਸਟ ਕੁਐਸਚਨ ਦੇ 3 ਪਾਰਟ ਸੀ, ਕੰਪਲੀਟ ਹੋ ਗਏ। ਹੁਣ ਸੈਕਿੰਡ ਕੁਐਸਚਨ ਸ਼ੁਰੂ ਹੋ ਗਿਆ। ਚੂਜ਼ ਦਾ ਕਰੈਕਟ ਮੀਨਿੰਗ ਆਫ ਦਾ ਫੋਲੋਇੰਗ ਵਰਡਸ। ਇਹ ਜਿਵੇਂ ਆਪਣੇ ਆਉਂਦੇ ਵਰਡ ਮੀਨਿੰਗ ਬੇਟਾ। ਹੁਣ ਸਾਨੂੰ ਵਰਡ ਦਿੱਤਾ ਟਰੰਕ। ਟਰੰਕ ਦਾ ਮਤਲਬ ਕੀ ਆ? ਫੁੱਲ ਆ, ਟਾਹਣੀ ਆ, ਤਣਾ ਜਾਂ ਜੜ। ਸਾਨੂੰ ਪਤਾ ਟਰੰਕ ਮੀਨਸ ਤਣਾ। ਸੋ ਤਣੇ 'ਤੇ ਨਿਸ਼ਾਨੀ ਲਾਵਾਂਗੇ। ਜੋ ਤੁਸੀਂ ਪੇਪਰ ਦੇ ਵਿੱਚ ਲਿਖਣਾ, ਤੁਸੀਂ ਕੁਐਸਚਨ ਨੰਬਰ 2 ਫਿਰ ਉਹਦਾ ਏ ਲਿਖ ਕੇ ਪਾਰਟ ਉਹਦਾ ਆਨਸਰ ਲਿਖੋਗੇ, ਨੰਬਰ 3 ਪਾ ਕੇ ਤਣਾ, ਇਕੱਲਾ ਇੰਨਾ ਹੀ। ਓਕੇ, ਸੈਕਿੰਡ ਬੀ। ਵਾਟ ਇਜ਼ ਦਾ ਮੀਨਿੰਗ ਆਫ ਦਾ ਵਰਡ ਅਪੋਲੋਜ। ਅਪੋਲੋਜਾਈਜ਼ ਕੀ ਹੁੰਦਾ ਗਾ? ਮਾਫੀ ਮੰਗਣਾ। ਸੋ ਫਸਟ ਹੈ ਦਾ ਆਨਸਰ ਬੇਟਾ। ਹੋ ਗਿਆ। ਇਹ ਵਰਡ ਮੀਨਿੰਗ ਨੇ। ਸੋ ਆਉਣਗੇ, ਤੁਸੀਂ ਸਾਰੇ ਲੈਸਨਾਂ ਦੇ ਵਰਡ ਮੀਨਿੰਗ ਪੜ੍ਹ ਲੈਣੇ ਨੇ ਬੇਟਾ। ਚੱਲੀਏ ਹੁਣ ਅੱਗੇ। ਚਲੋ ਥਰਡ ਕੁਐਸਚਨ ਸ਼ੁਰੂ ਹੋ ਗਿਆ। ਚੂਜ਼ ਦਾ ਕਰੈਕਟ ਆਨਸਰਸ ਆਫ ਦਾ ਫੋਲੋਇੰਗ ਟੈਕਸਚੁਅਲ ਕੁਐਸਚਨਸ।
ਹੁਣ ਸਾਡੇ ਜਿਹੜੇ ਲੈਸਨ ਨੇ ਉਹਨਾਂ ਨਾਲ ਰਿਲੇਟਡ ਜਿਹੜੇ ਕੁਐਸਚਨਸ ਨੇ ਉਹਨਾਂ ਦੇ ਬਾਰੇ ਆ ਗਏ। ਹੁਣ ਦੇਖੋ, ਵਾਟ ਵਾਜ਼ ਕਲੋਜ਼ ਟੂ ਦ ਲੇਕ ਦੇ ਨੇੜੇ ਕਿਹੜੀ ਚੀਜ਼ ਸੀਗੀ? ਅ ਬਿਗ ਫੋਰੈਸਟ, ਅ ਕਲੋਨੀ, ਅ ਮੂਨ, ਦਾ ਅਰਥ। ਦੇਖੋ ਹੁਣ ਮੂਨ ਅਰਥ ਤਾਂ ਪਹਿਲਾਂ ਹੀ ਨਿਕਲ ਗਏ, ਤਾਂ ਹੋ ਹੀ ਨਹੀਂ ਸਕਦੇ ਹੈ ਨਾ। ਹੁਣ ਬਿਗ ਫੋਰੈਸਟ ਹੋ ਸਕਦਾ ਜਿੱਥੇ ਹਾਥੀ ਰਹਿੰਦੇ ਸੀ, ਪਰ ਨਹੀਂ, ਉਹ ਲੇਕ ਲੱਭਣ ਗਏ ਸੀ ਨਾ ਜਦੋਂ, ਤਾਂ ਫਿਰ ਉੱਥੇ ਕਲੋਨੀ ਸੀ ਰੈਬਿਟਸ ਦੀ। ਸੋ ਇਹਦਾ ਆਨਸਰ ਬੀ। ਵਟ ਡਿਡ ਦਾ ਕਰੋ ਸੀ ਔਨ ਦਾ ਗਰਾਊਂਡ? ਕਰੋ ਨੇ ਗਰਾਊਂਡ ਦੇ ਉੱਤੇ ਕੀ ਦੇਖਿਆ? ਪੀਕੌਕ ਦੇ ਖੰਭ ਦੇਖੇ ਸੀ ਉਹਨੇ। ਸੋ ਹੀ ਸੌ ਮੈਨੀ ਪੀਕੌਕ ਫੀਦਰਸ ਔਨ ਦਾ ਗਰਾਊਂਡ। ਇਹਦਾ ਹੈ ਪਹਿਲਾ ਹੀ। ਦੇਖੋ ਇਹਦੇ ਆ ਵੀ ਸੇਮ ਹੀ ਲਿਖਿਆ ਹੋਇਆ, ਫਰਕ ਇੱਥੇ ਆ ਖੰਭਾਂ ਦਾ ਤੇ ਖੰਭ ਫੀਦਰਸ ਦੇਖ ਲਿਓ, ਠੀਕ ਹੈ। ਚਲੋ ਨੈਕਸਟ, ਵਾਈ ਇਜ਼ ਦਾ ਰੇਨ ਲਾਈਕ ਅ ਟਰੈਂਪ ਆਫ ਹੂਪਸ? ਹਾਂ, ਹੁਣ ਇਹਦੇ ਵਿੱਚ ਸਾਨੂੰ 4 ਆਪਸ਼ਨ ਦਿੱਤੇ ਨੇ। ਬਿਕਾਊਜ਼ ਇਟ ਅਰਾਈਵਲ ਇਜ਼ ਸਲੋ ਐਂਡ ਸਟੱਡੀ, ਬਿਕਾਊਜ਼ ਇਟਸ ਅਰਾਈਵਲ ਇਜ਼ ਕੁਇਕ ਐਂਡ ਨੋਇਜ਼ੀ, ਬਿਕਾਊਜ਼ ਇਟਸ ਅਰਾਈਵਲ ਇਜ਼ ਵੈਰੀ ਸਾਇਲੈਂਟ, ਦੇਅਰ ਇਜ਼ ਦਾ ਬਿਊਟੀਫੁਲ ਸੀਨ ਔਨ ਇਟਸ ਅਰਾਈਵਲ। ਹੁਣ ਦੇਖੋ ਕੀ ਲੱਗਦਾ ਤੁਹਾਨੂੰ? ਟਰੂਪਸ ਵਾਲਾ ਕੀ ਸੀਗਾ? ਵੀ ਖੜਕਾ ਕਰਦੀ ਆ। ਸੋ ਫਿਰ ਕੀ ਹੈ ਇਹਦਾ ਆਨਸਰ? ਕੀ ਆਊਗਾ? ਸੋਚੋ ਸੋਚੋ। ਕੁਇਕ ਤੇਜ਼ੀ ਨਾਲ ਆਉਂਦੀ ਹੈ ਅਤੇ ਨੋਇਜ਼ ਕਰਦੀ ਆਉਂਦੀ ਹੈ। ਸੋ ਬੀ ਆਨਸਰ ਆਉਣਾ ਬੇਟਾ। ਓਕੇ, ਹੁਣ ਡੀ, ਹੂ ਵਾਜ਼ ਟੂ ਬਿਗ ਟੂ ਕਲਾਈਮ ਐਂਡ ਪਲੇ? ਕੌਣ ਸੀ ਜਿਹੜਾ ਇੰਨਾ ਵੱਡਾ ਹੋ ਗਿਆ ਸੀ ਕਿ ਉਹਨੂੰ ਦਰਖਤ 'ਤੇ ਨਹੀਂ ਸੀ ਚੜ੍ਹਨਾ ਚਾਹੁੰਦਾ ਅਤੇ ਖੇਡਣਾ ਨਹੀਂ ਸੀ ਚਾਹੁੰਦਾ, ਹੈ ਨਾ। Branches were too big to climb? No. The tree was too big to climb? No. The boy was too big to climb? ਮੁੰਡੇ ਦੀ ਗੱਲ ਸੀ, ਸੋ ਥਰਡ ਆਨਸਰ ਇਹਦਾ। ਹੁਣ ਬਲੈਂਕਸ ਫਿਲ ਕਰਨੀਆਂ ਨੇ। The tree was not happy, tired, all of these, just sad. Tree was ਤਾਂ ਉੱਥੇ ਅਸੀਂ tree was happy, ਸੋ ਉੱਥੇ not ਤਾਂ happy ਨਾਲ ਆ ਹੀ ਨਹੀਂ ਸਕਦਾ, ਸੋ sad ਆਊ। Tree was not sad. ਓਕੇ, ਚਲੋ ਹੁਣ ਅਗਲਾ, ਦ ਕਰੋ ਫਲਿਊ ਟੂ ਦ ਰਿਵਰ? ਕਰੋ ਆ ਜਿਹੜਾ ਉੱਡ ਕੇ ਨਦੀ 'ਤੇ ਗਿਆ, ਕੀ ਕਰਨ ਗਿਆ ਸੀ? ਟੂ ਸੀ ਹਿਜ਼ ਰਿਫਲੈਕਸ਼ਨ, ਟੂ ਸੀ ਦ ਪੀਕੌਕ, ਮੋਰਾਂ ਨੂੰ ਦੇਖਣ ਗਿਆ ਸੀ, ਆਪਦੇ ਫਰੈਂਡਸ ਨੂੰ ਦੇਖਣ ਗਿਆ ਸੀ, ਟੂ ਸੀ ਦ ਡਵ ਜਾਂ ਡਵ ਨੂੰ ਦੇਖਣ ਗਿਆ ਸੀ? ਨਾ, ਉਹ ਆਪਦਾ ਹੀ ਸ਼ਕਲ ਦੇਖਣ ਗਿਆ ਸੀ। ਸੋ ਫਸਟ ਆ ਟੂ ਸੀ ਹਿਜ਼ ਰਿਫਲੈਕਸ਼ਨ। ਹੁਣ ਡੂ ਐਜ਼ ਡਾਇਰੈਕਟਡ ਆ ਗਈ, ਗ੍ਰਾਮਰ ਆ ਗਈ। ਦੇਖੋ ਆਫ ਪਹਿਲਾਂ ਹੀ ਆ, ਕੀ ਭਰਨਾ ਗਾ? ਸੂਟੇਬਲ ਪ੍ਰਨਾਊਨ ਭਰਨਾ। ਡੈਸ਼ ਆਫਟਨ ਰੀਡਸ ਅੰਟਿਲ ਲੇਟ ਐਟ ਨਾਈਟ, ਇਹ ਤੁਹਾਡੀ ਐਕਸਰਸਾਈਜ਼ 'ਚੋਂ ਹੀ ਆ। ਅਮਨ, ਮੀਨਾ, ਦੇ, ਠੀਕ ਹੈ। ਅਮਨ ਅਤੇ ਮੀਨਾ ਤਾਂ ਪਹਿਲਾਂ ਹੀ ਨਿਕਲ ਗਏ ਨਾਊਨ ਨੇ, ਦੇ ਔਰ ਹੀ ਆ ਗਏ, ਪਰ ਹੁਣ ਇੱਥੇ ਰੀਡਸ ਲੱਗਿਆ ਹੋਇਆ, ਇਹਦਾ ਮਤਲਬ ਸਿੰਗੂਲਰ ਲੱਗਣਾ, ਹੀ ਆਨਸਰ ਹੈ ਬੇਟਾ ਇਹਦਾ। ਆਪੋਜਿਟ ਜੈਂਡਰ ਆਫ ਨੈਫਿਊ? ਨੈਫਿਊ ਦਾ ਭਤੀਜਾ ਅਤੇ ਭਤੀਜੀ ਦੀ ਅੰਗਰੇਜ਼ੀ ਫਿਰ ਕੀ ਹੁੰਦੀ ਆ? ਨੀਸ। ਸੋ ਇਹ ਹੋ ਗਿਆ ਥਰਡ, ਇਹਦਾ ਆਨਸਰ ਹੈ ਬੀ ਦਾ। ਚੂਜ਼ ਦਾ ਨੈਕਟਰ ਜੈਂਡਰ? ਨੈਕਟਰ ਜੈਂਡਰ ਚੂਜ਼ ਕਰਨਾ, ਚੇਅਰ ਆਓ। ਸੋ ਫਸਟ ਹੈ ਦਾ ਆਨਸਰ। ਇਜ਼ ਡੈਸ਼ ਯੂਅਰਸ, ਇੱਥੇ ਡਿਟਰਮੀਨਰ ਭਰਨਾ। ਦਿਸ ਯੂਅਰਸ, ਕੀ ਇਹ ਤੁਹਾਡਾ ਹੈ? ਸੋ ਇਹਦਾ ਆਨਸਰ ਆ ਦਿਸ, ਡੀ ਦਾ। ਓਕੇ, ਹੁਣ ਅੱਗੇ ਚੂਜ਼ ਦਾ ਕਰੈਕਟਲੀ ਪੰਕਚੁਏਟਡ ਸੈਂਟੈਂਸ? ਕਿਹੜਾ ਸੈਂਟੈਂਸ ਸਹੀ ਆ ਬਈ? ਦੇਖੋ, ਡਜ਼ ਪ੍ਰਤਿਮਾ ਦੀ ਪੀ ਛੋਟੀ ਪਾਈ ਪਈ ਹੈ, ਨੋ, ਗਲਤ ਆ। ਮੁੰਬਈ ਦੇ ਪਿੱਛੇ ਸਾਈਨ ਆਫ ਐਕਸਕਲਾਮੇਸ਼ਨ ਲਾਇਆ ਪਿਆ, ਪਹਿਲਾ ਗਲਤ ਹੋ ਗਿਆ, ਹੈ ਨਾ। ਦੂਜਾ ਦੇਖੋ, ਡੱਜ ਦੀ ਡੀ ਛੋਟੀ ਆ, ਬਾਕੀ ਸਾਰਾ ਕੁਝ ਠੀਕ ਆ, ਇਹ ਵੀ ਨਹੀਂ ਹੈਗਾ। ਹੁਣ ਇੱਧਰ ਡੱਜ ਦੀ ਡੀ ਵੀ ਵੱਡੀ ਆ, ਪ੍ਰਤਿਮਾ ਦੀ ਵੀ ਪੀ ਵੱਡੀ ਆ, ਮੁੰਬਈ ਦੀ ਵੀ ਐਮ ਵੱਡੀ ਆ, ਅਤੇ ਮਗਰ ਪ੍ਰਸ਼ਨ ਚਿੰਨ੍ਹ ਵੀ ਆ ਕਿਉਂਕਿ ਡੱਜ ਨਾਲ ਲੱਗਿਆ ਹੋਇਆ। ਸੋ ਥਰਡ ਆਨਸਰ ਹੈ ਬੇਟਾ ਇਹਦਾ, ਇਹਦਾ। ਅ ਪ੍ਰੈਪੋਜੀਸ਼ਨ ਇਜ਼ ਅ ਵਰਡ ਪਲੇਸਡ ਬਿਫੋਰ ਆ ਨਾਊਨ, ਪ੍ਰਨਾਊਨ, ਦੋਨੋਂ ਹੀ ਨੇ ਕਹਿੰਦੇ, ਜਾਂ ਵਰਬ ਦੇ ਮੂਹਰੇ, ਦੋਨਾਂ ਦੇ ਮੂਹਰੇ ਜਿਹੜੇ ਪ੍ਰੈਪੋਜੀਸ਼ਨ ਨਾਊਨ ਅਤੇ ਪ੍ਰਨਾਊਨ ਦੋਨਾਂ ਮੂਹਰੇ ਲੱਗਦੀ ਹੈ, ਅਤੇ ਥਰਡ ਇਹਦਾ ਆਨਸਰ ਹੈ ਬੇਟਾ। ਹੁਣ ਆ ਗਿਆ ਸਿਕਸਥ, ਟਰਾਂਸਲੇਸ਼ਨ। ਸਵਿਚ ਆਫ ਦਾ ਲਾਈਟ, ਫਿਰ ਲਾਈਟ ਬੰਦ ਕਰ ਦਿਓ, ਪਹਿਲਾ ਹੀ ਆਨਸਰ ਆ, ਤਾਂ ਤੁਹਾਨੂੰ ਆਉਂਦਾ। ਡੋਂਟ ਵਰੀ, ਚਿੰਤਾ ਨਾ ਕਰੋ, ਇਹਦਾ ਹੈਗਾ ਦੂਜਾ। ਬਹੁਤ ਚਿੰਤਾ ਕਰੋ, ਸਾਨੂੰ ਚਿੰਤਾ ਹੈ, ਸਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ, ਨੋ, ਚਿੰਤਾ ਨਾ ਕਰੋ, ਸੈਕਿੰਡ ਆਨਸਰ ਇਹਦਾ। ਲੈਟਸ ਪਲੇ ਅ ਗੇਮ, ਇੱਕ ਦੂਜੇ ਨੂੰ ਧੱਕੇ ਨਾ ਮਾਰੋ, ਤਾਂ ਹੋ ਨਹੀਂ ਸਕਦਾ। ਆਓ ਸ਼ਤਰੰਜ, ਲੈਟਸ ਵਾਲੇ ਆਓ ਵਾਲੇ ਹੁੰਦੇ ਨੇ, ਆਓ ਵਾਲੇ ਸਾਡੇ ਕੋਲ 3 ਹੋ ਗਏ। ਆਓ ਸ਼ਤਰੰਜ ਖੇਡੀਏ, ਆਓ ਇੱਕ ਖੇਡ ਖੇਡੀਏ, ਆਓ ਭੋਜਨ ਖਾਈਏ, ਭੋਜਨ ਦੀ ਕੋਈ ਗੱਲ ਨਹੀਂ ਹੋਈ, ਖੇਡ ਦੀ ਹੋਈ ਹੈ, ਸੋ ਖੇਡ ਵਾਲੇ 2 ਆ ਗਏ।
आओ शतरंज खेडिए। शतरंज की तो उत्थे चैस की कोई गल नहीं हुई, सो थर्ड आ। आओ एक खेड खेडिए। ओके नैक्सट है बहुत खूब। बहुत खूब आप जो कोई वधिया काम करता उदों कहने उन्होंने वैरी बैड तो नहीं कहते, वैरी स्टूपिड भी नहीं कहते, कम हेयर भी नहीं कहते, सो वैल डन आप कहने वैल डन, बहुत वधिया किया है ना, एक्सीलेंट जां। ओके नैक्सट आ गया लैटर है। यू आर अमित, यूअर अंकल हैज़ सेंट यू अ बर्थडे गिफ्ट। तुहाडा नाम है तो तुहाडे चाचा जी ने तुहानूं बर्थडे गिफ्ट भेजिया है। यू हैव टू राइट अ लैटर टू यूअर अंकल थैंकिंग हिम फॉर द गिफ्ट। ਤੁਸੀਂ ਲੈਟਰ ਲਿਖਣੀ ਆ ਆਪਦੇ ਅੰਕਲ ਨੂੰ ਥੈਂਕ ਯੂ ਕਰਨ ਲਈ। 3 ਨੰਬਰ ਦੀ ਹੈ, ਠੀਕ ਹੈ। ਹੁਣ ਦੇਖੋ ਇਹਨੂੰ ਵੀ ਲੈਟਰ ਇੱਥੇ ਸਿੱਧੀ ਨਹੀਂ ਲਿਖਣੀ ਅਸੀਂ, ਇੱਥੇ ਸਾਨੂੰ ਆਪਸ਼ਨਸ ਦਿੱਤੀਆਂ ਹੋਈਆਂ ਨੇ। ਪਹਿਲੀ ਆਪਸ਼ਨ 'ਚ ਕੀ ਪੁੱਛ ਰਹੇ ਨੇ ਉਹ ਦੇਖੋ, ਏ ਦੇ ਵਿੱਚ ਚੂਜ਼ ਦਾ ਸੈਂਟੈਂਸ ਦੈਟ ਯੂ ਵਿਲ ਰਾਈਟ ਟੂ ਬਿਗਿਨ ਯੂਅਰ ਲੈਟਰ। ਉਹ ਸੈਂਟੈਂਸ ਚੂਜ਼ ਕਰੋ ਜੋ ਤੁਸੀਂ ਆਪਣੀ ਲੈਟਰ ਨੂੰ ਸ਼ੁਰੂ ਕਰਨ ਲੱਗੇ ਲਿਖੋਗੇ। ਹੁਣ 4 ਦਿੱਤੇ ਹੋਏ ਨੇ, ਚਾਰਾਂ ਨੂੰ ਧਿਆਨ ਨਾਲ ਪੜ੍ਹੋ। ਆਈ ਵਾਂਟ ਟੂ ਬ੍ਰਿੰਗ ਦਿਸ ਟੂ ਯੂਅਰ ਨੋਟਿਸ, ਮੈਂ ਤੁਹਾਡੇ ਧਿਆਨ ਵਿੱਚ ਇਹ ਲਿਆਉਣਾ ਚਾਹੁੰਦਾ ਹਾਂ। ਆਈ ਐਮ ਵੈਰੀ ਹੈਪੀ ਟੂ ਰਿਸੀਵ ਆ ਗਿਫਟ ਫਰੋਮ ਯੂ, ਮੈਂ ਬਹੁਤ ਖੁਸ਼ ਹਾਂ ਤੁਹਾਡੇ ਕੋਲ ਗਿਫਟ ਲੈ ਕੇ। ਆਈ ਐਮ ਸ਼ੌਕਡ ਟੂ ਗੈਟ ਆ ਗਿਫਟ ਫਰੋਮ ਯੂ, ਮੈਨੂੰ ਬਹੁਤ ਸ਼ੌਕ ਲੱਗਿਆ, ਹੈਰਾਨੀ ਹੋਈ, ਧੱਕਾ ਲੱਗਿਆ ਤੋਂ ਗਿਫਟ ਲੈ ਕੇ। ਹੋਪ ਟੂ ਸੀ ਯੂ ਸੂਨ, ਉਮੀਦ ਆ ਜਲਦੀ ਮਿਲਾਂਗੇ। ਸੋ ਹੁਣ ਕਿਹੜਾ ਤੁਸੀਂ ਪਹਿਲਾ ਸੈਂਟੈਂਸ ਲਿਖੋਗੇ, ਆਈ ਐਮ ਵੈਰੀ ਹੈਪੀ ਟੂ ਰਿਸੀਵ ਆ ਗਿਫਟ ਫਰੋਮ ਯੂ, ਸੈਕਿੰਡ 'ਤੇ ਠੀਕਾ ਲਾਓਗੇ। ਹੁਣ ਅਗਲੇ 'ਚ ਵਿਚ ਸੈਂਟੈਂਸ ਵਿਲ ਯੂ ਚੂਜ਼ ਟੂ ਥੈਂਕ ਯੂ ਯੂਅਰ ਅੰਕਲ ਇਨ ਦਾ ਲੈਟਰ। ਥੈਂਕ ਯੂ ਕਰਨ ਲਈ ਕਿਹੜਾ ਸੈਂਟੈਂਸ ਚੂਜ਼ ਕਰੋਗੇ ਤੁਸੀਂ ਇਹਨਾਂ ਚਾਰਾਂ 'ਚੋਂ। ਆਈ ਐਮ ਐਕਸਟ੍ਰੀਮਲੀ ਥੈਂਕਫੁਲ ਟੂ ਯੂ ਫॉर ਦਿਸ ਗਿਫਟ, ਇਟ ਇਜ਼ ਵੈਰੀ ਪਲੈਜ਼ਰ ਟੂ ਸੈਂਡ ਮੀ ਅ ਗਿਫਟ, ਇਟ ਇਜ਼ ਯੂਅਰ ਪਲੈਜ਼ਰ, ਸੋਰੀ ਇਟਸ ਯੂਅਰ ਪਲੈਜ਼ਰ, ਤੁਹਾਡੀ ਖੁਸ਼ੀ ਹੈ ਇਹ ਤੁਸੀਂ ਮੈਨੂੰ ਗਿਫਟ ਭੇਜਿਆ। ਇਟ ਇਜ਼ ਯੂਅਰ ਡਿਊਟੀ ਟੂ ਸੈਂਡ ਅਸ ਗਿਫਟਸ, ਤੁਹਾਡਾ ਕਰਤੱਵ ਬਣਦਾ ਸਾਨੂੰ ਗਿਫਟ ਭੇਜਣਾ। ਕੰਗਰੈਚੂਲੇਸ਼ਨਸ ਟੂ ਯੂ, ਤੁਹਾਨੂੰ ਵਧਾਈਆਂ। ਹੁਣ ਕਿਹੜਾ ਚੂਜ਼ ਕਰੋਗੇ, ਪਹਿਲਾ। ਆਈ ਐਮ ਐਕਸਟ੍ਰੀਮਲੀ ਥੈਂਕਫੁਲ, ਮੈਂ ਬਹੁਤ ਹੀ ਧੰਨਵਾਦੀ ਹਾਂ ਤੁਹਾਡਾ। ਟੂ ਯੂ ਫॉर ਦਾ ਗਿਫਟ, ਮੈਨੂੰ ਗਿਫਟ ਦੇਣ ਲਈ। ਓਕੇ ਸੋ ਇਹਦਾ ਕੀ ਹੋ ਗਿਆ ਫਸਟ, ਵਿਚ ਇਜ਼ ਦਾ ਰਾਈਟ ਵੇ ਟੂ ਕਲੋਜ਼ ਦਾ ਲੈਟਰ। ਸਹੀ ਤਰੀਕਾ ਕਿਹੜਾ ਹੈਗਾ ਲੈਟਰ ਨੂੰ ਕਲੋਜ਼ ਕਰਨ ਦਾ, ਮੀਨਸ ਬੰਦ ਕਰਨ ਦਾ। ਯੂਅਰਸ ਫੇਥਫੁਲੀ ਹਾਂ ਲਿਖਦੇ ਹੁੰਦੇ ਆ ਵੀ ਆਪਾਂ, ਯੂਅਰਸ ਲਵਿੰਗਲੀ ਆ ਤਾਂ ਦੋਨੋਂ ਸੇਮ ਹੀ ਨੇ। ਯੂਅਰਸ ਓਬੀਡੈਂਟਲੀ ਇਹ ਵੀ ਲਿਖਦੇ ਹੁੰਦੇ ਆ। ਓਬੀਡੈਂਟਲੀ ਆਪਾਂ ਕਿੱਥੇ ਲਿਖਦੇ ਹਾਂ, ਜਦੋਂ ਆਪਾਂ ਕਿਸੇ ਪ੍ਰਿੰਸੀਪਲ ਨੂੰ ਲੈਟਰ ਲਿਖਦੇ ਹਾਂ ਹੈ ਨਾ ਉਦੋਂ। ਸੋ ਇਹ ਤਾਂ ਨਹੀਂ ਹੋ ਸਕਦਾ। ਜੋ ਫੇਥਫੁਲੀ ਵੀ ਆਪਾਂ ਕਿਸੇ ਹੈ ਨਾ ਅਫਸਰ ਨੂੰ ਲਿਖਦੇ ਹਾਂ ਉਦੋਂ। ਪਰ ਹੁਣ ਇੱਥੇ ਜਦੋਂ ਆਪਦੇ ਪਰਿਵਾਰ ਮੈਂਬਰਾਂ ਨੂੰ ਯੂਅਰ ਲਵਿੰਗਲੀ ਲਿਖਦੇ ਹਾਂ, ਇੱਥੇ ਸਾਡੇ ਕੋਲ ਲਵਿੰਗਲੀ ਲਈ ਹੁਣ ਕੀ ਆ ਦੇਖੋ, ਪੈਨ ਲੈ ਲਈਏ, ਦੋਨੋਂ ਹੀ ਸਹੀ ਨੇ, ਇਹ ਸੇਮ ਆ। ਦੇਖ ਕੋਈ ਫਰਕ ਹੈਗਾ ਇਹਨਾਂ 'ਚ ਨਹੀਂ, ਇਹਨਾਂ 'ਚ ਚਾਹੇ ਸੈਕਿੰਡ ਲਾ ਦਿਓ ਚਾਹੇ ਥਰਡ ਲਾ ਦਿਓ ਬੇਟਾ, ਚਾਹੇ ਦੋਨੋਂ ਹੀ ਲਾ ਦਿਓ। ਸੋ ਇਹ ਤੁਹਾਡਾ ਹੋ ਗਿਆ ਪੇਪਰ ਸੋਲਵ। ਇਸੇ ਤਰੀਕੇ ਨਾਲ ਹੁਣ ਜਦੋਂ ਤੁਸੀਂ ਪੇਪਰ ਕਰਨਾ ਉੱਥੇ ਸਿਰਫ ਤੁਸੀਂ ਨੰਬਰ ਪਾਉਣਾ, ਠੀਕ। ਜਿਵੇਂ ਹੁਣ 7th ਨੰਬਰ ਆ, 7th ਪਾ ਕੇ ਫਿਰ ਏ ਦਾ ਜਿਹੜਾ ਆਨਸਰ ਆ ਆਪਸ਼ਨ ਆ, ਜਿਵੇਂ ਏ ਦੀ ਸੈਕਿੰਡ ਆਪਸ਼ਨ ਆ, ਸੈਕਿੰਡ ਲਿਖ ਕੇ ਪੂਰਾ ਸੈਂਟੈਂਸ ਲਿਖ ਦੇਣਾ। ਫਿਰ ਬੀ ਲਿਖ ਕੇ ਜਿਹੜਾ ਉਹਦਾ ਸਹੀ ਆਨਸਰ ਆ ਉਹ ਸਾਰਾ ਲਿਖ ਦੇਣਾ, ਠੀਕ ਹੈ। ਸੋ ਇਸ ਤਰੀਕੇ ਨਾਲ ਤੁਸੀਂ ਇਹ ਪੇਪਰ ਸੋਲਵ ਕਰਨਾ। ਸਾਰੇ ਆਪਸ਼ਨਸ ਨਹੀਂ ਉਤਾਰਨੇ ਬੇਟਾ, ਇਸ ਚੀਜ਼ ਦਾ ਖਾਸ ਖਿਆਲ ਰੱਖਣਾ ਗਾ ਕਿ ਸਿਰਫ ਆਨਸਰਸ ਲਿਖਣੇ ਆ। ਕੁਐਸਚਨ ਦਾ ਜਿਹੜਾ ਨੰਬਰ ਆ ਉਹ ਬਹੁਤ ਕਲੀਅਰਲੀ ਪਾਉਣਾ। ਥੈਂਕਸ ਫॉर ਵਾਚਿੰਗ। ਮੈਨੂੰ ਉਮੀਦ ਆ ਤੁਹਾਨੂੰ ਵੀਡੀਓ ਤੁਹਾਡੇ ਲਈ ਯੂਜ਼ਫੁਲ ਹੋਊਗੀ, ਪਸੰਦ ਆਈ ਹੋਊਗੀ। ਸੋ ਜ਼ਰੂਰ ਲਾਈਕ ਕਰਨਾ। ਬਾਏ ਬਾਏ।